बिस्मिल्लाहिर्रहमानिर्रहीम अस्सलामुअलैकुम ते जिन्ने भी लोग इंडियन पंजाब च मैनू वेख रहे ने थानू सारियां नू असद याकूब दी तरफों सत श्री अकाल। अच्छा जी, अज दी ये वीडियो बनाने दा मकसद है कि थानू मोटिवेट किया जाए। थोड़े नाल मैं एक केस स्टडी शेयर करन जा रहे हैं कि साडे एक स्टूडेंट ने इंडियन पंजाब तो ना है इन्हां दा तनवीर सिंह खतरा ते इन्हां ने जनाब की कीता है, इन्हां ने लिसनिंग च 8.5 बैंड लिया, रीडिंग च इन्हां ने 9 बैंड लिया, स्पीकिंग च इन्हां दा 7 बैंड आया ते राइटिंग च भी इन्हां दा 7 बैंड आया ते ओवरऑल बैंड आया इन्हां दा 8। ठीक है, ते 8 बैंडां दे नाल जनाब इन्हां ने आपदा टारगेट अचीव कीता 8777। हुण असी तनवीर सिंह दे नाल गल करन चलने आ ते आपां इन्हां नूं पुछने आ कि किद्दां इन्हां ने बैंड स्कोर अचीव कीता, आखिर केड़ी गिद्दड़ सिंगी इन्हां दे हत्थ लग गई जिंदी वजह तो इन्हां दा बैंड स्कोर आया। ते आओ जी तनवीर सिंह दे नाल आपां गल करने आ। हेलो हेलो सर। हेलो सत श्री अकाल तनवीर सिंह जी, की हाल है थोड़ा? बहुत बढ़िया सर, ਤੁਸੀਂ ਦੱਸੋ ਜੀ ਕੀ ਹਾਲ ਚਾਲ ਆ? बिल्कुल ठीक ठाक वधिया। मैं हुने दस रहा सी अपने सबसक्राइबर्स नूं ਤੁਹਾਡਾ बैंड स्कोर जनाब ਤੁਸੀਂ ਤੇ 9 ਲੈ ਲਿਆ, 8.5 7 7 ओवरऑल 8 बैंड ਲੈ ਲਿਆ, कमाल कर ਛੱਡੀ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਏ ਮੇਰੀ ਤਰਫੋਂ। ਹਾਂਜੀ ਸਰ, ਥੈਂਕਸ ਅ ਲੋਟ। ਸਭ ਸਰ ਤੁਹਾਡੀ ਕਿਰਪਾ ਜੀ, ਤੁਹਾਡੀ ਵੀਡੀਓਜ਼ ਦੇਖ ਕੇ ਮੋਟੀਵੇਸ਼ਨ ਮਿਲਿਆ ਸਭ ਅਚੀਵ ਕਰਨ ਦਾ। ਓਕੇ ਤਨਵੀਰ, ਮੈਂ ਚਾਹਾਂਗਾ ਕਿ ਤੁਸੀਂ ਸਭ ਤੋਂ ਪਹਿਲੇ ਨਾ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪਣਾ ਇੰਟਰੋਡਕਸ਼ਨ ਦਿਵੋ। ਹਾਂਜੀ ਸਰ, ਬਿਲਕੁਲ ਜੀ ਬਿਲकुल। ਹਾਂਜੀ ਸਰ, ਮੇਰਾ ਨਾਮ ਤਨਵੀਰ ਆ ਤੇ ਮੈਂ ਬਿਲੋਂਗ ਕਰਦਾ ਲੁਧਿਆਣਾ ਡਿਸਟ੍ਰਿਕਟ, ਜਿਹੜਾ ਪੰਜਾਬ ਦੇ ਵਿੱਚ ਆ ਇੰਡੀਅਨ ਸਾਈਡ। ਰਾਈਟ। ਤੇ ਮੈਂ ਆਈਐਲਟਸ ਦਾ ਐਗਜ਼ਾਮ ਦਿੱਤਾ ਸੀ ਜਨਰਲ ਟ੍ਰੇਨਿੰਗ ਦੇ ਵਿੱਚ ਤੇ ਮੇਰਾ ਪਰਪਸ ਸੀਗਾ ਇਮੀਗ੍ਰੇਸ਼ਨ ਲਈ ਤੇ ਇਹਦੇ ਲਈ ਮੈਨੂੰ 8777 ਦੀ ਰਿਕੁਆਇਰਮੈਂਟ ਸੀ। ਠੀਕ ਹੈ। ਤੇ ਫਸਟ ਅਟੈਂਪਟ ਮੇਰਾ ਸੀਗਾ ਜੂਨ ਦੇ ਵਿੱਚ ਬ੍ਰਿਟਿਸ਼ ਕੌਂਸਲ ਦੇ ਵਿੱਚ ਤੇ ਉਸ ਟਾਈਮ ਮੇਰੇ ਬੈਂਡ ਸਕੋਰ ਆਇਆ ਸੀ ਲਿਸਨਿੰਗ ਦੇ ਵਿੱਚੋਂ 9, ਰਾਈਟ, ਰੀਡਿੰਗ ਦੇ ਵਿੱਚੋਂ 8.5, ਰਾਈਟਿੰਗ ਦੇ ਵਿੱਚ 7 ਐਂਡ ਸਪੀਕਿੰਗ ਦੇ ਵਿੱਚ 6.5। ਓਕੇ। ਤੇ ਉਸ ਟਾਈਮ ਮੈਂ ਇਨਕੁਆਇਰੀ ਔਨ ਰਿਜ਼ਲਟ ਪਾਈ ਸੀ ਬਟ ਉਹਦੇ ਵਿੱਚ ਮੇਰਾ ਬੈਂਡ ਜਿਹੜਾ ਸੀਗਾ ਉਹ 7 ਨਹੀਂ ਹੋਇਆ ਤੇ ਮੈਂ ਥੋੜਾ ਮਤਲਬ ਕਾਫੀ ਫੀਲ ਕੀਤਾ ਕਿ ਕੀ ਕਮੀ ਰਹਿ ਗਈ, ਮੇਰਾ 0.5 ਬੈਂਡ ਘਟ ਗਿਆ। ਤੇ ਬਟ ਮੇਰਾ ਇੱਕ ਰਿਲੇਟਿਵ ਸੀਗਾ, ਕਲੋਜ਼ ਰਿਲੇਟਿਵ, ਤੇ ਉਹਨੇ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਇੱਕ ਵਾਰ ਫੇਰ ਐਗਜ਼ਾਮ ਦਿਓ। ਰਾਈਟ। ਤੇ ਮੈਂ ਬਸ ਬੈਠਾ ਸੀਗਾ ਉਸ ਟਾਈਮ, ਮੇਰੀ ਪ੍ਰੈਪਰੇਸ਼ਨ ਕੋਈ ਨਹੀਂ ਸੀਗੀ, ਜਸਟ ਮਾਈਂਡ ਦੇ ਵਿੱਚ ਆਇਆ ਕਿ ਚਲੋ ਇੱਕ ਵਾਰ ਐਗਜ਼ਾਮ ਦਿੰਦੇ ਆ, ਇਸ ਵਾਰ ਆਈਡੀਪੀ ਦਾ ਦਿੰਦੇ ਆ। ਰਾਈਟ। ਤੇ ਬਸ 3 ਦਿਨ ਬਾਅਦ ਮੈਂ ਐਗਜ਼ਾਮ ਦੀ ਡੇਟ ਲੈ ਲਈ। ਠੀਕ ਹੈ। ਹਾਂਜੀ, ਐਗਜ਼ਾਮ ਦੀ ਡੇਟ ਲਈ ਤੇ ਬਿਨਾਂ ਪ੍ਰੈਪਰੇਸ਼ਨ ਤੋਂ ਜਸਟ ਇੱਕ ਵਾਰ ਗੋ ਥਰੂ ਹੋ ਗਿਆ, ਜੋ ਵੀ ਤੁਹਾਡੀ ਵੀਡੀਓ ਸੀਗੀਆਂ ਪਹਿਲਾਂ ਦੇਖੀਆਂ ਸੀਗੀਆਂ ਨਾ, ਤੇ ਉਹ ਵੀਡੀਓ ਦੇ ਮੈਂ ਬਿਲਕੁਲ ਗੋ ਥਰੂ ਹੋ ਗਿਆ ਚੰਗੀ ਤਰ੍ਹਾਂ। ਰਾਈਟ। ਤੇ ਫਿਰ ਮੈਂ ਬਸ ਦਿੱਤਾ ਪੂਰਾ ਵਧੀਆ ਵਿਸ਼ਵਾਸ ਦੇ ਕੇ ਰੱਬ ਦੇ ਵਿੱਚ ਕਿ ਰਿਲੈਕਸ ਹੋ ਕੇ ਪੇਪਰ ਦਿੱਤਾ ਬਿਲਕੁਲ। ਰਾਈਟ। ਤੇ ਉਸ ਵਧੀਆ ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ ਸਭ ਬਹੁਤ ਵਧੀਆ ਹੋਇਆ ਸੀ ਤੇ ਮੈਂ ਫੁੱਲ ਕੌਨਫੀਡੈਂਟ ਸੀਗਾ ਕਿ ਇਸ ਵਾਰ ਤਾਂ 8777 ਆਉਣਗੇ। ਗੁੱਡ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਜੋ ਰਿਜ਼ਲਟ ਆਇਆ ਮਾਰਨਿੰਗ ਟਾਈਮ ਮੈਨੂੰ 6 ਵਜੇ SMS ਆ ਗਿਆ ਆਈਡੀਪੀ ਦਾ ਕਿ ਤੁਹਾਡਾ ਰਿਜ਼ਲਟ ਆ ਗਿਆ। ਤੇ ਬਟ ਮੈਨੂੰ ਥੋੜਾ ਜਿਹਾ ਸੀਗਾ ਕਿ ਡਰ ਲੱਗ ਰਿਹਾ ਸੀ ਖੋਲਣ ਤੋਂ ਕਿ ਇਸ ਵਾਰ ਫਿਰ 0.5 ਨਾ ਘਟ ਜਾਣ ਕਿਸੇ ਚੋਂ। ਤੇ ਫਿਰ ਮੈਂ ਆਪਣੀ ਵਾਈਫ ਦੇ ਨਾਲ ਸੀਗਾ ਤੇ ਵਾਈਫ ਨੇ ਮੇਰੇ ਤੋਂ ਫੋਨ ਫੜ ਲਿਆ ਮੇਰਾ। ਅੱਛਾ। ਤੇ ਫੋਨ ਫੜਿਆ ਤੇ ਉਹਨਾਂ ਨੇ ਫਿਰ ਖੋਲਿਆ ਰਿਜ਼ਲਟ ਤੇ ਪਹਿਲਾਂ ਮੈਂ ਰਾਈਟਿੰਗ ਤੇ ਸਪੀਕਿੰਗ ਚੈੱਕ ਕੀਤੇ 7 ਹੈਗੇ ਆ। ਗੁੱਡ। ਤੇ ਫਿਰ ਮੈਂ ਜੋ ਮੈਨੂੰ ਵਧੀਆ ਹੋ ਗਿਆ ਕਿ ਹਾਂ 7 ਆ ਗਏ ਉੱਪਰ ਦਾ, ਮੈਂ ਲਿਸਨਿੰਗ, ਰੀਡਿੰਗ ਦੇ ਵਿੱਚ ਤਾਂ ਬਹੁਤ ਕੌਨਫੀਡੈਂਟ ਸੀਗਾ। ਗੁੱਡ। ਤੇ ਜਦੋਂ ਲੱਗਿਆ ਵੀ ਹਾਂ ਕਰੈਕ ਕੀਤਾ ਤੇ ਮੈਂ ਮਤਲਬ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਬਿਲਕੁਲ ਵੀ। ਵਾਓ ਜ਼ਬਰਦਸਤ। ਅੱਛਾ ਹੁਣ ਤੁਸੀਂ ਇਹ ਦੱਸੋ ਕਿ ਜੀ ਲਿਸਨਿੰਗ 'ਚ 9 ਦਾ ਮਤਲਬ ਹੈ ਕਿ ਤੁਹਾਡੇ 39 ਜਾਂ 40 ਆਨਸਰਸ ਕਰੈਕਟ ਸਨ। ਲਿਸਨਿੰਗ ਤੁਸੀਂ ਕਿਸ ਤਰ੍ਹਾਂ ਆਪਣੀ ਇੰਪਰੂਵ ਕੀਤੀ? ਜੇ ਪਹਿਲੇ ਤੋਂ ਹੀ ਠੀਕ ਸੀ ਤੇ ਕਿੱਦਾਂ ਇੰਪਰੂਵ ਹੋਈ ਤੁਹਾਡੀ ਲਿਸਨਿੰਗ, ਕਿਉਂਕਿ ਤੁਹਾਡਾ ਬੈਕਗ੍ਰਾਉਂਡ ਤੇ ਪੰਜਾਬੀ ਦਾ ਹੈ ਨਾ, ਤੇ ਲਿਸਨਿੰਗ ਤੁਸੀਂ ਕਿਸ ਤਰ੍ਹਾਂ ਇੰਪਰੂਵ ਕੀਤੀ? ਟੈਸਟ ਕਿਸ ਤਰ੍ਹਾਂ ਦਿੱਤਾ? ਪ੍ਰੈਕਟਿਸ ਕਿਸ ਤਰ੍ਹਾਂ ਦਿੱਤੀ? ਇਹ ਦੱਸੋ ਜ਼ਰਾ। ਹਾਂਜੀ ਸਰ, ਲਿਸਨਿੰਗ ਦੇ ਵਿੱਚ ਸਰ ਬਹੁਤ ਜ਼ਿਆਦਾ ਇੰਪੋਰਟੈਂਟ ਆ ਆਪਣਾ ਤੁਹਾਡਾ ਮਤਲਬ ਕਹਿ ਸਕਦੇ ਹੋ ਫੋਕਸ ਕਿੰਨੇ ਹੋ ਤੁਸੀਂ। ਰਾਈਟ। ਕਿੰਨਾ ਤੁਹਾਡੀ ਬਾਡੀ ਰਿਲੈਕਸਡ ਆ। ਜਿੰਨੇ
ਜਿੰਨੀ ਰਿਲੈਕਸਡ ਹੋਵੋਗੇ ਓਨੀ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹਨੂੰ ਵਧੀਆ ਕੰਪਰੀਹੈਂਡ ਕਰ ਪਾਓਗੇ। ਗੁੱਡ। ਤੇ ਉਸ ਦੇ ਵਿੱਚ ਮੇਰੀ ਸਟ੍ਰੈਟਜੀ ਕੀ ਸੀ, ਮੈਂ ਫਸਟ ਟਾਈਮ ਲਿਸਨਿੰਗ ਦਿੱਤਾ ਘਰੇ ਬੈਠ ਕੇ। ਠੀਕ ਹੈ। ਤੇ ਉਸ ਟਾਈਮ ਮੇਰਾ 32 ਕਰੈਕਟ ਹੋਏ ਫਸਟ ਟਾਈਮ। ਰਾਈਟ। ਤੇ ਉਸ ਤੋਂ ਬਾਅਦ ਮੈਂ ਗ੍ਰੈਜੂਅਲੀ 2-3 ਟੈਸਟ ਹੋਰ ਦਿੱਤੇ ਤੇ ਮੇਰਾ ਸਕੋਰ 35-36 ਜਾਣ ਲੱਗ ਗਿਆ ਲਿਸਨਿੰਗ ਦੇ ਵਿੱਚੋਂ। ਬਟ ਮੇਰੀ ਰਿਕੁਆਇਰਮੈਂਟ 35 ਸੀ ਤੇ ਮੈਨੂੰ ਡਰ ਵੀ ਸੀਗਾ ਕਿ ਐਗਜ਼ਾਮ ਦੇ ਵਿੱਚ ਮੈਂ ਪ੍ਰੈਸ਼ਰ ਦੇ ਵਿੱਚ ਗਲਤੀ ਨਾ ਕਰ ਦਵਾਂ। ਤੇ ਮੈਂ ਸਟ੍ਰੈਟਜੀ ਅਡਾਪਟ ਕੀਤੀ ਵੀ ਮੈਂ ਰਾਈਟ। ਜ਼ਰਾ ਦੁਬਾਰਾ ਦੱਸਿਓ ਜੋ ਸਟ੍ਰੈਟਜੀ ਤੁਸੀਂ ਕੀ ਅਡਾਪਟ ਕੀਤੀ। ਜੀ ਤੁਹਾਡੀ ਆਵਾਜ਼ ਨਾ ਕੱਟ ਗਈ ਸੀ। ਸਟ੍ਰੈਟਜੀ ਤੁਸੀਂ ਕੀ ਅਡਾਪਟ ਕੀਤੀ ਹੈ ਦੁਬਾਰਾ ਦੱਸਿਓ ਜੀ। ਹਾਂਜੀ ਸਰ ਮੈਂ ਲਿਸਨਿੰਗ ਦੇ ਵਿੱਚ ਜਦੋਂ ਮੇਰੇ 35 ਕਰੈਕਟ ਹੋਣ ਲੱਗ ਗਏ ਉਸ ਟਾਈਮ ਮੈਂ ਸਪੀਡ ਜਿਹੜੀ ਸਪੀਡ ਮੈਂ 1.25 ਕਰਤੀ। ਓਕੇ ਆਡੀਓ ਦੀ ਸਪੀਡ ਵਧਾ ਦਿੱਤੀ ਤੁਸੀਂ। ਠੀਕ ਹੋ ਗਿਆ, ਬਿਲਕੁਲ ਠੀਕ ਹੈ। ਹਾਂਜੀ ਤੇ ਉਦੋਂ ਮੇਰੇ 32 ਆਉਣ ਲੱਗ ਗਏ, ਫਿਰ 32 33। ਫਿਰ ਮੈਂ ਉਹਦੇ ਵਿੱਚ ਜਦੋਂ ਮੈਂ 1.25 ਦੇ ਉੱਤੇ 35 36 ਲੈਣ ਲੱਗ ਗਿਆ ਫਿਰ ਮੈਂ 1.5 ਕਰਤੀ। ਰਾਈਟ। ਹਾਂਜੀ ਤੇ ਜਦੋਂ 1.5 ਦੇ ਵਿੱਚ ਮੈਂ 36 37 ਲੈਣ ਲੱਗ ਗਿਆ 1 ਮੰਥ ਟਾਈਮ ਦੇ ਵਿੱਚ। ਤੇ ਫਿਰ ਮੈਂ ਪੂਰਾ ਕੌਨਫੀਡੈਂਟਲੀ ਮੈਂ ਐਗਜ਼ਾਮ ਤੋਂ 2 ਦਿਨ ਪਹਿਲਾਂ 1 ਸਪੀਡ ਦੇ ਉੱਤੇ ਕੈਂਬਰਿਜ ਦਾ ਟੈਸਟ ਦਿੱਤਾ। ਰਾਈਟ। ਤੇ ਉਹਦੇ ਵਿੱਚੋਂ ਫਿਰ ਮੇਰੇ 40 ਆਊਟ ਆਫ 40 ਕਰੈਕਟ ਸੀ। ਵਾਓ ਅਮੇਜ਼ਿੰਗ, ਜ਼ਬਰਦਸਤ। ਟੈਕਨੀਕ ਤੁਹਾਡੀ ਚੰਗੀ ਹੈ ਕਿ ਤੁਸੀਂ ਆਡੀਓ ਦੀ ਸਪੀਡ ਵਧਾ ਕੇ ਤੇ ਫਿਰ ਉਸ ਤੋਂ ਬਾਅਦ ਟੈਸਟ ਕੀਤਾ, ਫਿਰ ਆਪਣਾ ਟਾਰਗੇਟ ਅਚੀਵ ਕੀਤਾ, ਫਿਰ ਸਪੀਡ ਹੋਰ ਵਧਾਤੀ ਕਿ ਐਕਚੁਅਲ ਟੈਸਟ 'ਚ ਜੇ ਸਪੀਡ ਤੇਜ਼ ਵੀ ਹੋਏ ਤੇ ਤੁਸੀਂ ਉਹਨੂੰ ਕੰਪਰੀਹੈਂਡ ਕਰ ਸਕੋ। ਹਾਂਜੀ ਬਿਲਕੁਲ ਸਰ। ਜ਼ਬਰਦਸਤ। ਅੱਛਾ, ਰੀਡਿੰਗ 'ਚ ਕੀ ਚਮਤਕਾਰ ਕੀਤਾ ਹੈ? ਜਨਰਲ ਟ੍ਰੇਨਿੰਗ ਰੀਡਿੰਗ ਜਿਹੜੀ ਹੈ ਮਤਲਬ ਉਹਦੇ 'ਚ ਤੇ ਤੁਹਾਡਾ ਮਾਰਕਿੰਗ ਕ੍ਰਾਈਟੇਰੀਆ ਵੀ ਡਿਫਰੈਂਟ ਹੁੰਦਾ ਹੈ ਤੇ ਰੀਡਿੰਗ 'ਚ ਕਿੰਨਾ ਬੈਂਡ ਹੈ ਤੁਹਾਡਾ? 9 ਸਰ। 9। ਵਾਓ ਅਮੇਜ਼ਿੰਗ। ਤੇ ਰੀਡਿੰਗ 'ਚ ਕਿਸ ਤਰ੍ਹਾਂ 9 ਬੈਂਡ ਆਇਆ ਇਹ ਵੀ ਜ਼ਰਾ ਸਾਨੂੰ ਦੱਸੋ। ਮੇਰੇ ਜਿਹੜੇ ਸਬਸਕ੍ਰਾਈਬਰਸ ਨੇ ਇਹਨਾਂ ਨੂੰ ਦੱਸੋ ਕਿ ਰੀਡਿੰਗ 'ਚ 9 ਬੈਂਡ ਕਿਸ ਤਰ੍ਹਾਂ ਆਇਆ, ਤੁਹਾਡੀ ਕੀ ਸਟ੍ਰੈਟਜੀ ਸਨ, ਕੀ ਟਿਪਸ ਸਨ, ਉਹ ਸੀਕ੍ਰੇਟ ਦੱਸੋ ਸਾਨੂੰ 9 ਬੈਂਡ ਲੈਣ ਦਾ ਰੀਡਿੰਗ 'ਚ। ਹਾਂਜੀ ਸਰ, ਰੀਡਿੰਗ ਦੇ ਵਿੱਚ ਸਰ ਜਿਹੜੀ ਆਪਾਂ ਸਕੀਮਿੰਗ ਕਰਦੇ ਆ ਨਾ, ਜਸਟ ਜਿੰਨੀ ਰਿਕੁਆਇਰਮੈਂਟ ਆ ਇਨਫੋਰਮੇਸ਼ਨ ਉਹ ਫਾਈਂਡ ਆਊਟ ਕਰਨਾ ਬਹੁਤ ਇੰਪੋਰਟੈਂਟ ਆ। ਕੀਵਰਡਸ। ਗੁੱਡ। ਹਾਂਜੀ ਜਦੋਂ ਤੁਹਾਨੂੰ ਕੀਵਰਡ ਦਾ ਪਤਾ ਲੱਗ ਗਿਆ, ਹਰੇਕ ਕੁਐਸਚਨ ਦੇ ਵਿੱਚ ਇੱਕ ਪਾਰਟਿਕੂਲਰ ਕੀਵਰਡ ਹੋਊਗਾ ਜਿਹਦੇ ਵਿੱਚ ਐਮਫੈਸਿਸ ਕੀਤਾ ਹੋਊਗਾ ਉਹਨਾਂ ਨੇ ਕਾਫੀ ਜ਼ਿਆਦਾ। ਰਾਈਟ। ਤੇ ਉਹ ਵਰਡ ਤੁਸੀਂ ਪਿਕ ਕਰਨਾ ਤੇ ਉਹ ਜਿਹੜੇ ਸੈਂਟੈਂਸ ਹੋਣਗੇ ਜਿਨ੍ਹਾਂ ਦੇ ਵਿੱਚ ਉਹ ਕੀਵਰਡ ਰਿਲੇਟ ਕਰ ਰਹੇ ਆ ਉਹਦੇ ਵਿੱਚੋਂ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਣੀ ਆ। ਤੇ ਮੇਰੀ ਸਟ੍ਰੈਟਜੀ ਸੀਗੀ ਸਕੀਮਿੰਗ ਕਰਨ ਦੀ, ਸਕੈਨਿੰਗ ਐਂਡ ਸਕੀਮਿੰਗ। ਰਾਈਟ। ਤੇ ਮੇਰੀ ਸਟ੍ਰੈਟਜੀ ਇੱਕ ਹੋਰ ਸੀਗੀ ਕਿ ਮੈਂ 25 ਮਿੰਟਸ ਦੇ ਵਿੱਚ ਸੈਕਸ਼ਨ 1 ਤੇ 2 ਕਰ ਲੈਂਦਾ ਸੀ। ਗੁੱਡ। ਹਾਂਜੀ ਜਦੋਂ ਮੈਂ 25 ਮਿੰਟਸ ਦੇ ਵਿੱਚ ਸੈਕਸ਼ਨ 1 ਐਂਡ 2 ਕਰ ਲੈਂਦਾ ਸੀ ਕਿਉਂਕਿ ਉਹ ਰਿਲੇਟਿਵਲੀ ਕਾਫੀ ਈਜ਼ੀ ਹੁੰਦੇ ਆ। ਤੇ ਮੈਨੂੰ 30 to 35 ਮਿੰਟਸ ਮਿਲਦੇ ਸੀ ਸੈਕਸ਼ਨ 3 ਕਰਨ ਲਈ। ਗੁੱਡ। ਤੇ ਉਸ ਦੇ ਵਿੱਚ ਫਿਰ ਕਿਉਂਕਿ ਜਿਹੜਾ ਤੁਹਾਡਾ ਬੈਂਡ ਸਕੋਰ ਰੀਡਿੰਗ ਦੇ ਵਿੱਚ ਡਿਸਾਈਡ ਹੁੰਦਾ ਉਹ ਹਮੇਸ਼ਾ ਸੈਕਸ਼ਨ 3 ਕਰਦਾ। ਬਿਲਕੁਲ ਸਹੀ। ਤੇ ਉਸ ਦੇ ਵਿੱਚ ਸਰ ਜਨਰਲੀ ਜਿਹੜੇ ਅੱਜ ਕੱਲ ਕੁਐਸਚਨ ਆ ਰਹੇ ਨੇ ਜਾਂ ਤਾਂ ਮੋਸਟਲੀ ਮੈਚ ਦਾ ਇਨਫੋਰਮੇਸ਼ਨ ਆ ਰਹੀ ਆ। ਰਾਈਟ। ਤੇ ਮੈਚ ਦਾ ਇਨਫੋਰਮੇਸ਼ਨ ਕਰਨ ਲਈ ਮੇਰੀ ਸਟ੍ਰੈਟਜੀ ਕੀ ਹੁੰਦੀ ਸੀ, ਜਿੱਦਾਂ ਮੇਰੇ ਕੋਲ 5 ਕੁਐਸਚਨ ਆ ਗਏ ਤੇ ਦੂਸਰੇ ਸਾਈਡ ਤੇ ਮੇਰੇ ਕੋਲ ਪੈਰਾਗ੍ਰਾਫ ਹੈਗੇ ਨੇ ਮੰਨ ਲਓ 7। ਰਾਈਟ। ਤੇ ਮੈਂ ਕੀ ਕਰਦਾ ਸੀ ਨਾ, ਮੈਂ ਇਟਰੇਟਿਵ ਮਤਲਬ ਦੁਬਾਰਾ ਕੁਐਸਚਨ ਸੋਲਵ ਕਰਦਾ ਸੀ 5। ਜਿੱਦਾਂ ਮੈਂ ਪਹਿਲਾ ਕੁਐਸਚਨ ਕੀਤਾ ਤੇ ਮੈਨੂੰ ਲੱਗਿਆ ਕਿ ਇਹ ਇਨਫੋਰਮੇਸ਼ਨ 1 ਦੇ A ਦੇ ਵਿੱਚ ਵੀ ਹੋ ਸਕਦੀ ਹੈ ਤੇ B ਦੇ ਵਿੱਚ ਵੀ ਹੋ ਸਕਦੀ ਆ। ਓਕੇ। ਤਾਂ ਮੈਂ A ਤੇ B ਦੋਨੇ ਲਿਖ ਲੈਂਦਾ ਸੀਗਾ ਮਾਰਕ ਕਰਕੇ। ਰਾਈਟ। ਜਿਹਦੀ ਹਾਈ ਪ੍ਰਾਇੋਰਟੀ ਹੁੰਦੀ ਸੀਗੀ, ਜਿਹਦੇ ਵਿੱਚ ਜ਼ਿਆਦਾ ਚਾਂਸਸ ਸੀਗੇ ਹੋਣ ਦੇ, ਉਹਨੂੰ ਮੈਂ ਅੱਗੇ ਰੱਖਦਾ ਸੀਗਾ। ਬਿਲਕੁਲ ਸਹੀ। ਹਾਂਜੀ ਉਸ ਤੋਂ ਬਾਅਦ ਫਿਰ ਮੈਂ ਇਦਾਂ 5 ਕੁਐਸਚਨ ਸੋਲਵ ਕਰ ਲੈਂਦਾ ਸੀਗਾ। ਜਦੋਂ 5 ਕੁਐਸਚਨ ਸੋਲਵ ਹੋ ਗਏ ਉਹਦੇ ਵਿੱਚੋਂ ਫਿਰ ਮੇਰੇ ਐਟਲੀਸਟ 2 ਤਾਂ ਮੈਂ ਬਿਲਕੁਲ ਸ਼ੋਰ ਹੋ ਜਾਂਦਾ ਸੀਗਾ। ਵੈਰੀ ਗੁੱਡ, ਬਿਲਕੁਲ ਠੀਕ। ਹਾਂਜੀ ਜਦੋਂ ਮੇਰੇ 2 ਕੁਐਸਚਨ ਸ਼ੋਰ ਹੋ ਗਏ ਤਾਂ ਮੇਰੀਆਂ ਦੂਸਰੀਆਂ ਆਪਸ਼ਨਸ ਐਲੀਮੀਨੇਟ ਹੋ ਜਾਂਦੀਆਂ ਸੀਗੀਆਂ ਜਿਹਦੇ ਵਿੱਚ ਮੈਂ ਮਲਟੀਪਲ ਲਾਏ ਹੁੰਦੇ ਸੀਗੇ। ਰਾਈਟ ਬਿਲਕੁਲ ਸਹੀ। ਦੈਟਸ ਗ੍ਰੇਟ। ਹਾਂਜੀ ਇਹਨੂੰ ਮੈਂ ਉਦੋਂ ਤੱਕ ਰਿਪੀਟ ਕਰਦਾ ਸੀ ਸਟੈਪਸ ਨੂੰ ਜਦੋਂ ਤੱਕ ਮੇਰੇ ਸਾਰੇ ਮੈਂ ਸ਼ੋਰ ਨਹੀਂ ਸੀ ਹੋ ਜਾਂਦਾ। ਰਾਈਟ ਬਿਲਕੁਲ ਸਹੀ। ਅੱਛਾ ਜਦੋਂ ਤੁਸੀਂ ਰੀਡਿੰਗ ਸਟਾਰਟ ਕੀਤੀ ਸ਼ੁਰੂ 'ਚ ਤੁਹਾਡੇ ਕਿੰਨੇ ਆਨਸਰ ਠੀਕ ਹੁੰਦੇ ਸੀ, ਫਿਰ ਐਂਡ ਤੱਕ ਐਗਜ਼ਾਮ ਦੇਣ ਤੋਂ ਪਹਿਲਾਂ ਤੁਹਾਡੇ ਕਿੰਨੇ ਆਨਸਰ ਠੀਕ ਹੁੰਦੇ ਸੀ?
ਹਾਂਜੀ ਸਰ, ਜਦੋਂ ਮੈਂ ਰੀਡਿੰਗ ਸਟਾਰਟ ਕੀਤੀ ਸੀ ਫਸਟ ਟਾਈਮ ਮੇਰੇ 37 ਠੀਕ ਹੋਏ ਸੀ। ਅੱਛਾ, ਵੈਰੀ ਗੁੱਡ। ਹਾਂਜੀ, ਤੇ ਉਸ ਤੋਂ ਬਾਅਦ 39 40 39 40 ਇਦਾਂ ਹੁੰਦੇ ਰਹੇ। ਵੈਲ ਡਨ, ਵੈਲ ਡਨ। ਤੇ ਕੀ ਰੀਡਿੰਗ ਤੁਸੀਂ ਰੈਗੂਲਰ ਇੰਗਲਿਸ਼ ਪੜ੍ਹਦੇ ਹੋ, ਕੀ ਰੀਡ ਕਰਦੇ ਹੋ? ਇਹ ਤੁਹਾਡੀ ਰੀਡਿੰਗ ਸਕਿੱਲ ਇੰਨੀ ਬਿਹਤਰ ਕਿਸ ਤਰ੍ਹਾਂ ਹੋਈ ਹੈ, ਜ਼ਰਾ ਦੱਸੋ। ਸਰ ਰੀਡਿੰਗ ਦੇ ਵਿੱਚ ਮੈਟਰ ਕਰਦਾ ਤੁਹਾਡੀ ਹੌਬੀ ਹੋਣੀ ਚਾਹੀਦੀ ਹੈ ਰੀਡਿੰਗ। ਤੁਸੀਂ ਹਾਈ ਬੈਂਡ ਸਕੋਰ ਅਚੀਵ ਕਰਨਾ ਨਾ, ਜਿਹੜੇ ਲੋਕ ਨਿਊਜ਼ਪੇਪਰ ਵਗੈਰਾ ਜਾਂ ਮੈਗਜ਼ੀਨਸ ਪੜ੍ਹਦੇ ਆ ਜੀ ਜੀ, ਉਹਨਾਂ ਉਹਨਾਂ ਦੀ ਰੀਡਿੰਗ ਨੈਚੁਰਲੀ ਵਧੀਆ ਹੁੰਦੀ ਆ। ਬਿਲਕੁਲ ਇੰਜੀ ਹੈ, ਬਿਲਕੁਲ ਇੰਜੀ ਹੈ। ਹਾਂਜੀ, ਤੇ ਤੁਹਾਡੀ ਜਿਹੜੀ ਵੋਕੈਬਲਰੀ ਹੋਣੀ ਚਾਹੀਦੀ ਹੈ ਉਹ ਕਾਫੀ ਵਾਈਡ ਹੋਣੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਕਾਫੀ ਸਿਨੋਨਿਮਸ ਪਤਾ ਹੋਣੇ ਚਾਹੀਦੇ ਆ। ਬਿਲਕੁਲ ਇੰਜੀ ਹੈ, ਬਿਲਕੁਲ, ਦੈਟਸ ਰਾਈਟ। ਅੱਛਾ, ਹੁਣ ਅਸੀਂ ਗੱਲ ਅੱਗੇ ਵਧਾਉਂਦੇ ਆ ਰਾਈਟਿੰਗ ਤੇ। ਰਾਈਟਿੰਗ ਦਾ ਇੱਕ ਵਾਰੀ ਤੁਹਾਡਾ 6.5 ਆਇਆ, ਸੈਕਿੰਡ ਟਾਈਮ 7 ਆਇਆ, ਤੇ ਦੱਸੋ ਮੈਨੂੰ ਇਹ ਦੋਵੇਂ ਟਾਈਮ 'ਚ ਜਿਹੜੀ ਤੁਸੀਂ ਰਾਈਟਿੰਗ ਕੀਤੀ ਸੀ, ਤੁਹਾਨੂੰ ਲੱਗਦਾ ਹੈ ਕਿ ਕੋਈ ਫਰਕ ਹੈ ਸੀ ਉਹਦੇ 'ਚ? ਯਾਨੀ 6.5 'ਚ ਕੋਈ ਕਸਰ ਰਹਿ ਗਈ ਸੀ ਕਿ ਦੂਜੀ ਦਫਾ ਦਿੱਤਾ ਤੇ ਫਿਰ 7 ਆ ਗਿਆ? ਇਹ ਜ਼ਰਾ ਦੱਸਿਓ ਜੇ। ਤੇ ਕਿਸ ਤਰ੍ਹਾਂ ਤੁਸੀਂ ਲੈਟਰ ਲਿਖਿਆ, ਕਿਸ ਤਰ੍ਹਾਂ ਤੁਸੀਂ ਐਸੇ ਲਿਖਿਆ, ਤੁਹਾਡਾ ਸੈਂਟੈਂਸ ਸਟਰਕਚਰ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦੇ ਤੁਸੀਂ ਸੈਂਟੈਂਸਸ ਲਿਖੇ, ਇਹ ਜ਼ਰਾ ਦੱਸਿਓ ਜੀ। ਹਾਂਜੀ ਸਰ, ਰਾਈਟਿੰਗ ਦੇ ਵਿੱਚ ਸਰ ਮੇਰੇ ਦੋਨੋਂ ਵਾਰ 7 ਆਏ ਆ। ਵੈਰੀ ਗੁੱਡ। ਅੱਛਾ, ਰਾਈਟਿੰਗ 'ਚ ਦੋਨੋਂ ਵਾਰ 7 ਨੇ, ਵੈਲ ਡਨ, ਵੈਰੀ ਗੁੱਡ। ਹਾਂਜੀ, ਤੇ ਰਾਈਟਿੰਗ ਦੇ ਵਿੱਚ ਸਰ ਮੈਂ ਮਤਲਬ ਬੇਸਿਕਲੀ 4 ਕ੍ਰਾਈਟੇਰੀਆਜ਼ ਹੁੰਦੇ ਨੇ ਨਾ ਜੀ ਜਿਹੜੇ ਜੀ ਮਾਰਕ ਕਰਦੇ ਜੀ ਜੀ। ਐਗਜ਼ਾਮੀਨਰਸ। ਹਾਂਜੀ, ਤੇ ਸਰ ਜਿੱਦਾਂ ਫਸਟ ਆਉਂਦਾ ਟਾਸਕ ਰਿਸਪੌਂਸ। ਟਾਸਕ ਰਿਸਪੌਂਸ ਦੇ ਵਿੱਚ ਸਰ ਮੈਂ ਟਰਾਈ ਕਰਦਾ ਸੀ ਫਸਟ ਤਾਂ ਜਿਹੜੇ 250 ਵਰਡਸ ਨੇ ਜੀ ਜੀ, ਉਸ ਤੋਂ ਆਣਾ। ਠੀਕ ਹੈ। ਤੇ ਸੈਕੰਡ ਜਿਹੜਾ ਮੇਰਾ ਹੁੰਦਾ ਸੀ, ਜਿਹੜਾ ਕੁਐਸਚਨ ਆਇਆ ਵਾ ਉਹ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝਣਾ ਪਹਿਲਾਂ। ਕੁਐਸਚਨ ਦੀ ਰਿਕੁਆਇਰਮੈਂਟ ਕੀ ਆ। ਬਿਲਕੁਲ ਸਹੀ। ਠੀਕ ਹੈ ਜੀ, ਜਦੋਂ ਕੁਐਸਚਨ ਦੀ ਰਿਕੁਆਇਰਮੈਂਟ ਮੈਨੂੰ ਪਤਾ ਲੱਗਦੀ। ਥਰਡ ਜਿਹੜਾ ਕੰਮ ਹੁੰਦਾ ਸੀ ਮੇਰਾ, ਜੇ ਓਪੀਨੀਅਨ ਬੇਸਡ ਐਸੇ ਆ ਤਾਂ ਓਪੀਨੀਅਨ ਜ਼ਰੂਰ ਦੇਣਾ। ਬਿਲਕੁਲ ਸਹੀ। ਤੇ ਜਿਹੜਾ ਓਪੀਨੀਅਨ ਮੈਂ ਦੇਣਾ ਵਾ, ਮੇਰਾ ਐਸੇ ਉਸ ਹਿਸਾਬ ਨਾਲ ਸਟਰਕਚਰ ਹੋਣਾ ਚਾਹੀਦਾ ਤਾਂ ਕਿ ਮੇਰੇ ਹਰੇਕ ਸੈਂਟੈਂਸ ਦੇ ਵਿੱਚ ਮੇਰਾ ਵਿਊ ਪੁਆਇੰਟ ਜਿਹੜਾ ਸਟੈਂਡ ਆ ਨਾ ਉਹ ਕਲੀਅਰ ਹੋਵੇ। ਬਿਲਕੁਲ ਸਹੀ, ਦੈਟਸ ਰਾਈਟ, ਵੈਰੀ ਗੁੱਡ। ਹਾਂਜੀ, ਤੇ ਇਸ ਤੋਂ ਬਾਅਦ ਆਉਂਦਾ ਸੀ ਆਪਣਾ ਕੋਹੇਜਨ ਐਂਡ ਕੋਹੈਰੈਂਸ। ਬਿਲਕੁਲ ਸਹੀ। ਹਾਂਜੀ, ਉਹਦੇ ਵਿੱਚ ਸਰ ਮੈਂ ਟਰਾਈ ਕੀਤਾ ਕਿ ਜਿੱਦਾਂ ਆਪਣੇ ਲਿੰਕਿੰਗ ਵਰਡਸ ਨੇ, ਹਾਊ ਐਵਰ, ਮੋਰ ਐਵਰ, ਤੇ ਜਿਹੜੇ ਪ੍ਰੋਨਾਊਨਸ ਨੇ ਬੇਸਿਕ ਲਿੰਕਿੰਗ ਵਰਡਸ ਨੇ, ਉਹਨਾਂ ਦਾ ਪ੍ਰੋਪਰ ਧਿਆਨ ਰੱਖ ਕੇ ਕਰਨਾ। ਓਵਰ ਯੂਜ਼ ਵੀ ਨਹੀਂ ਕਰਨਾ ਤੇ ਅੰਡਰ ਯੂਜ਼ ਵੀ ਨਹੀਂ ਕਰਨਾ। ਬਿਲਕੁਲ ਸਹੀ, ਬਿਲਕੁਲ ਸਹੀ, ਰਾਈਟ, ਜ਼ਬਰਦਸਤ। ਜੀ ਜੀ ਪਲੀਜ਼। ਤੇ ਸਰ ਉਹਨਾਂ ਨੂੰ ਆਪਾਂ ਫੋਰਸ ਨਹੀਂ ਕਰਨਾ ਹੈਗਾ ਬਿਲਕੁਲ ਵੀ। ਜਦੋਂ ਐਗਜ਼ਾਮੀਨਰ ਰੀਡ ਕਰੇ ਤਾਂ ਉਹਨੂੰ ਇਦਾਂ ਨਾ ਲੱਗੇ ਕਿ ਇਹ ਤੁਸੀਂ ਫੋਰਸਫੁਲੀ ਪਾਏ ਹੋਏ ਨੇ ਤੇ ਇਹ ਨੈਚੁਰਲੀ ਨਹੀਂ ਆ ਰਹੇ। ਬਿਲਕੁਲ ਠੀਕ। ਹਾਂਜੀ, ਤੇ ਪੈਰਾਗ੍ਰਾਫਸ ਬਣਾਉਣੇ ਆ ਪ੍ਰੋਪਰ। ਹਰੇਕ ਪੈਰਾਗ੍ਰਾਫ ਦੇ ਵਿੱਚ ਇੱਕ ਪ੍ਰੋਪਰ ਸੈਂਟਰਲ ਆਈਡੀਆ ਹੋਣਾ ਜ਼ਰੂਰੀ ਆ। ਬਿਲਕੁਲ ਸਹੀ, ਬਿਲਕੁਲ ਸਹੀ, ਦੈਟਸ ਗ੍ਰੇਟ। ਅੱਛਾ, ਅੱਗੇ ਚੱਲਨੇ ਆ। ਹੁਣ ਆਪਾਂ ਗੱਲ ਕਰਨੇ ਆ ਸਪੀਕਿੰਗ ਦੀ। ਪਹਿਲੇ ਤਾਂ ਇਹ ਦੱਸੋ ਕਿ ਤੁਹਾਡਾ ਸਪੀਕਿੰਗ ਦਾ ਟੈਸਟ ਕਿੱਦਾਂ ਦਾ ਹੋਇਆ ਸੀ, ਉਹਦੇ 'ਚ ਕੁਐਸਚਨਸ ਵਗੈਰਾ ਕੀ ਹੋਏ ਤੇ ਕਿਸ ਤਰ੍ਹਾਂ ਤੁਸੀਂ ਪਰਫਾਰਮ ਕੀਤਾ, ਜਿਹੜਾ ਤੁਹਾਡਾ ਸਪੀਕਿੰਗ 'ਚ ਵੀ 7 ਬੈਂਡ ਹੈ ਆਈ ਗੈਸ। ਹਾਂਜੀ ਸਰ, ਗੁੱਡ ਜੀ, ਪਲੀਜ਼ ਇਹ ਜ਼ਰਾ ਦੱਸਿਓ ਜੇ। ਹਾਂਜੀ, 6.5 ਸਰ ਮੇਰੇ ਫਸਟ ਟਾਈਮ ਸੀਗੇ ਸਪੀਕਿੰਗ ਦੇ ਵਿੱਚ। ਰਾਈਟ। ਹਾਂਜੀ, ਉਸ ਦੇ ਵਿੱਚ ਪ੍ਰੋਬਲਮ ਉਸ ਟਾਈਮ ਕੀ ਹੋਈ ਸੀ ਕਿ ਮੇਰੀ ਨਾ ਕੋਹੈਰੈਂਸ ਥੋੜੀ ਜਿਹੀ ਖਰਾਬ ਹੋ ਗਈ ਸੀ। ਓਕੇ। ਕੋਹੈਰੈਂਸ ਖਰਾਬ ਹੋਈ ਸੀ ਇਨ ਦਾ ਸੈਂਸ ਕਿ ਐਗਜ਼ਾਮੀਨਰ ਕੁਐਸਚਨ ਕੁਝ ਪੁੱਛ ਰਿਹਾ ਸੀ ਮੇਰੇ ਤੋਂ ਤੇ ਮੈਂ ਥੋੜਾ ਜਿਹਾ ਨਰਵਸ ਹੋਣ ਕਰਕੇ ਨਾ, ਮਤਲਬ ਸਟਾਰਟ ਮੈਂ ਵਧੀਆ ਕਰਦਾ ਸੀ ਬਟ ਕਿਤੇ ਨਾ ਕਿਤੇ ਜਾ ਕੇ ਮੈਂ ਡਾਈਵਰਟ ਹੋ ਜਾਂਦਾ ਸੀ ਮੇਨ ਆਈਡੀਆ ਤੋਂ। ਹਾਂਜੀ, ਤੇ ਉਹ ਐਗਜ਼ਾਮੀਨਰ ਮੈਨੂੰ ਬਾਰ-ਬਾਰ ਮਤਲਬ ਲੇਡੀ ਐਗਜ਼ਾਮੀਨਰ ਸੀ ਤੇ ਉਹ ਬਾਰ-ਬਾਰ ਰਿਪੀਟ ਕਰ ਰਹੀ ਸੀ, ਮਾਈ ਕੁਐਸਚਨ ਇਜ਼ ਦਿਸ। ਓਕੇ। ਹਾਂਜੀ, ਤੇ ਉਹ ਨਰਵਸ ਥੋੜਾ ਜਿਹਾ ਫੀਲ ਹੋਣ ਕਰਕੇ। ਤੇ ਇੱਕ ਹੋਰ ਜਿਹੜਾ ਵੀਕ ਪੁਆਇੰਟ ਸੀ ਮੇਰਾ, ਮੈਂ ਸੈਕੰਡ ਪਾਰਟ ਦੇ ਵਿੱਚ ਮਤਲਬ ਮੈਂ ਇੱਕਦਮ ਸਟਾਰਟ ਕੀਤਾ, ਮੈਂ ਨੋਟਸ ਨਹੀਂ ਬਣਾਏ। ਹਾਂਜੀ, ਇਹ ਮੇਰੀ ਬਹੁਤ ਵੱਡੀ ਪ੍ਰੋਬਲਮ ਸੀ ਤੇ ਮੈਂ ਰੈਕਟੀਫਾਈ ਇਹਨੂੰ ਇਦਾਂ ਕੀਤਾ, ਮੈਂ ਉਹਨੂੰ ਪਹਿਲਾਂ ਆਈਡੈਂਟੀਫਾਈ ਕੀਤਾ ਚਾਰੋਂ ਆਪਣੇ ਕ੍ਰਾਈਟੇਰੀਆਜ਼ ਦੇਖ ਕੇ। ਬਿਲਕੁਲ ਸਹੀ। ਹਾਂਜੀ, ਮੈਂ ਕ੍ਰਾਈਟੇਰੀਆਜ਼ ਦੇਖੇ ਤੇ ਮੈਂ ਸੋਚਿਆ ਕਿ ਮੇਰੇ ਗ੍ਰਾਮਰ ਦੇ ਵਿੱਚ ਵੀ 7 ਆਉਣਗੇ, ਇਹਦੇ ਵਿੱਚ ਗਲਤੀ ਨਹੀਂ ਹੋਈ। ਰਿਕਾਰਡ ਕਰਕੇ, ਆਪਣੀ ਵੌਇਸ ਰਿਕਾਰਡ ਕਰਕੇ। ਰਾਈਟ। ਫਿਰ ਮੈਂ ਦੇਖਿਆ ਲੈਕਸੀਕਲ ਰਿਸੋਰਸ ਦੇ ਵਿੱਚ। ਰਾਈਟ। ਤੇ ਉਹਦੇ ਵਿੱਚ ਵੀ ਮੈਂ ਦੇਖਿਆ ਕਿ ਮੇਰੇ 7 ਆਉਣੇ ਚਾਹੀਦੇ ਆ। ਗੁੱਡ। ਤੇ ਫਿਰ ਉਸ ਤੋਂ ਬਾਅਦ ਮੈਂ ਚੈੱਕ ਕੀਤਾ ਆਪਣਾ ਜਿਹੜਾ ਸੀਗਾ ਇਹ ਫਲੂਐਂਸੀ ਐਂਡ ਕੋਹੈਰੈਂਸ। ਬਿਲਕੁਲ। ਤੇ ਜਸਟ ਇਸ ਦੇ ਵਿੱਚ ਮੈਨੂੰ ਪ੍ਰੋਬਲਮ ਲੱਗੀ ਕਿ ਮੇਰੀ ਫਲੂਐਂਸੀ ਵਧੀਆ ਸੀ ਬਟ ਮੇਰੀ ਕੋਹੈਰੈਂਸ ਵਧੀਆ ਨਹੀਂ ਸੀ।
ਤੇ ਉਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਮੈਂ ਸ਼ਾਇਦ 5 ਤੇ ਰਹਿ ਗਿਆ, ਬਾਕੀ 3 ਦੇ ਵਿੱਚ ਮੈਂ 7 ਸਕੋਰ ਕਰ ਲਏ ਸੀ। ਗ੍ਰੇਟ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਮੈਂ ਜਸਟ ਕੋਹਰੈਂਸ ਦੀ ਇੰਪਰੂਵਮੈਂਟ ਕੀਤੀ ਫਲੂਐਂਸੀ ਦੇ ਨਾਲ ਨਾਲ, ਤੇ ਐਗਜ਼ਾਮੀਨਰ ਬਹੁਤ ਸਪੋਰਟਿਵ ਸੀਗਾ ਆਈਡੀਪੀ ਦਾ। ਗੁੱਡ। ਤੇ ਉਹ ਇੰਟਰਵਿਊ ਨਹੀਂ ਲੈ ਰਿਹਾ ਸੀ, ਬਟ ਉਹ ਡਿਸਕਸ਼ਨ ਮੋਡ ਦੇ ਵਿੱਚ ਪੂਰੀ ਮੇਰਾ ਕੰਡਕਟ ਹੋਇਆ ਟੈਸਟ। ਅੱਛਾ, ਵੈਰੀ ਗੁੱਡ, ਵੈਰੀ ਗੁੱਡ। ਮਤਲਬ ਹਰੇਕ ਕੁਐਸਚਨ ਦੇ ਵਿੱਚ ਉਹ ਕ੍ਰੋਸ ਕੁਐਸਚਨ ਕਰਦੇ ਸੀ ਮੈਨੂੰ, ਤੇ ਸਾਡੀ ਬਹੁਤ ਵਧੀਆ ਡਿਸਕਸ਼ਨ ਚੱਲੀ ਤੇ ਵਧੀਆ ਬੈਂਡ ਸਕੋਰ ਆਇਆ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਜਿਹੜਾ ਅੱਜਕੱਲ ਸਟੂਡੈਂਟ ਸੋਚਦੇ ਨੇ ਕਿ ਬਈ ਇਹ ਜਾਣ ਕੇ 7 ਬੈਂਡ ਨਹੀਂ ਦਿੰਦੇ, ਜਾਣ ਕੇ 8777 ਨਹੀਂ ਦਿੰਦੇ, ਜਾਣ ਕੇ ਕਿਤੇ ਨਾ ਕਿਤੇ 6.5 ਕਰ ਦਿੰਦੇ ਨੇ, ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗੱਲ ਸਹੀ ਹੈ ਜਾਂ 7 ਬੈਂਡ ਆ ਜਾਂਦਾ ਹੈ ਤੁਹਾਡਾ ਜਿਸ ਤਰ੍ਹਾਂ 8777 ਮਤਲਬ ਬਣ ਗਿਆ, ਤੇ ਇਹ ਤੁਹਾਡਾ ਕੀ ਖਿਆਲ ਇਹਦੇ ਬਾਰੇ 'ਚ? ਸਰ ਸਭ ਤੋਂ ਪਹਿਲੀ ਜਿਹੜੀ ਗੱਲ ਆ, ਲਿਸਨਿੰਗ ਤੇ ਰੀਡਿੰਗ ਦੇ ਵਿੱਚ ਜਿਹੜਾ ਤੁਹਾਡਾ ਐਕਚੁਅਲ ਸਕੋਰ ਆ ਉਹੀ ਆਉਂਦਾ ਵਾ ਹਮੇਸ਼ਾ। ਠੀਕ ਹੈ, ਠੀਕ ਹੈ। ਤੁਹਾਨੂੰ ਆਪ ਪੇਪਰ ਦੇ ਕੇ ਆ ਕੇ ਪਤਾ ਲੱਗ ਜਾਂਦਾ ਵੀ ਤੁਹਾਡਾ ਸਕੋਰ ਕੀ ਆਉਣਾ। ਤੇ ਰਾਈਟਿੰਗ ਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜੇ ਸਟੂਡੈਂਟ 6.5 ਤੇ ਰਹਿੰਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਟਾਸਕ ਰਿਸਪੌਂਸ ਦੀ। ਰਾਈਟ। ਤੁਸੀਂ ਟਾਸਕ ਰਿਸਪੌਂਸ ਕੁਐਸਚਨ ਸਮਝਦੇ ਨਹੀਂ, ਜਸਟ ਬੈਠ ਜਾਂਦੇ ਨੇ, ਪਲੈਨਿੰਗ ਆਪਾਂ ਕਰਦੇ ਨਹੀਂ ਹੈਗੇ, ਕੋਈ ਸਟਰਕਚਰਿੰਗ ਹੁੰਦੀ ਨਹੀਂ ਐਸੇ ਦੀ। ਤੇ ਰਾਈਟਿੰਗ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਉਹ ਜਾਣ ਕੇ ਨਹੀਂ ਰੋਕਦੇ ਹੈਗੇ। ਕੋਈ ਐਗਜ਼ਾਮੀਨਰ ਹੋ ਸਕਦਾ ਕਿ ਐਗਜ਼ਾਮੀਨਰ ਸਟ੍ਰਿਕਟ ਆ, ਪਰ ਜੇ ਤੁਸੀਂ ਕੌਨਫੀਡੈਂਟ ਹੋ ਤਾਂ ਤੁਸੀਂ EOR ਲਈ ਜਾ ਸਕਦੇ ਹੋ। ਬਿਲਕੁਲ ਸਹੀ। ਉੱਥੇ ਤੁਹਾਡਾ ਪੱਕਾ ਇੰਪਰੂਵ ਹੋਊ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਅੱਛਾ ਤਨਵੀਰ ਸਿੰਘ ਜੀ, ਇਹ ਦੱਸੋ ਜੀ ਜੀ ਪਲੀਜ਼ ਆਪਣੀ ਗੱਲ ਤੁਸੀਂ ਮੁਕੰਮਲ ਕਰੋ ਪਲੀਜ਼। ਹਾਂਜੀ, ਐਗਜ਼ਾਮੀਨਰ ਸਟ੍ਰਿਕਟ ਆ, ਇਹ ਚੀਜ਼ ਬਹੁਤ ਸਰ ਮੈਟਰ ਕਰਦੀ ਆ ਰਾਈਟਿੰਗ ਦੇ ਵਿੱਚ ਤੇ ਸਪੀਕਿੰਗ ਦੇ ਵਿੱਚ। ਬਿਲਕੁਲ ਸਹੀ। ਹਾਂਜੀ, ਖਾਸ ਕਰਕੇ ਸਪੀਕਿੰਗ ਦੇ ਵਿੱਚ ਨਾ ਐਗਜ਼ਾਮੀਨਰ ਤੁਹਾਡਾ ਜਦੋਂ ਤੁਸੀਂ ਐਂਟਰ ਕਰਦੇ ਹੋ ਤੁਹਾਡੇ ਬਾਰੇ ਇੱਕ ਇੰਪ੍ਰੈਸ਼ਨ ਬਣਾ ਲੈਂਦੇ ਆ। ਹਾਂਜੀ, ਤੇ ਉਹ ਇੰਪ੍ਰੈਸ਼ਨ ਬਿਲਕੁਲ ਐਂਡ ਤੱਕ ਰਹਿੰਦਾ ਵਾ, ਤੇ ਉਹ 0.5 ਤੋਂ ਲੈ ਕੇ 1 ਬੈਂਡ ਤੱਕ ਦਾ ਤੁਹਾਡਾ ਫਰਕ ਐਂਡ ਦੇ ਵਿੱਚ ਪੈ ਸਕਦਾ ਆਰਾਮ ਨਾਲ। ਰਾਈਟ, ਬਿਲਕੁਲ ਸਹੀ। ਹਾਂਜੀ, ਕਿਉਂਕਿ ਜਿਹੜਾ ਸਪੀਕਿੰਗ ਐਗਜ਼ਾਮੀਨਰ ਆ ਉਹ ਤੁਹਾਡੇ ਪਹਿਲੇ ਪਾਰਟ ਸੈਕਸ਼ਨ 1 ਦੇ ਵਿੱਚ ਡਿਸਾਈਡ ਕਰ ਲੈਂਦਾ ਕਿ ਇਹ ਬੰਦਾ 6 ਵਾਲਾ, 7 ਵਾਲਾ, 8 ਵਾਲਾ। ਬਿਲਕੁਲ ਸਹੀ। ਹਾਂਜੀ, ਤੇ ਉਸ ਦੇ ਉੱਤੇ ਤੁਸੀਂ ਬਿਲਡ ਕਰਨਾ ਹੁੰਦਾ ਔਨ ਟੌਪ ਆਫ ਦੈਟ। ਬਿਲਕੁਲ ਸਹੀ, ਦੈਟਸ ਗ੍ਰੇਟ। ਅੱਛਾ, ਹੁਣ ਮੈਨੂੰ ਇਹ ਦੱਸੋ ਅੱਗੇ ਤੁਹਾਡਾ ਕੀ ਪਲਾਨ ਹੈ? ਹੁਣ ਕਿੱਥੇ ਜਾ ਰਹੇ ਹੋ, ਕਿਹੜੇ ਕੰਟਰੀ 'ਚ ਜਾ ਰਹੇ ਹੋ, ਇਮੀਗ੍ਰੇਸ਼ਨ ਕਿੱਥੇ ਅਪਲਾਈ ਕਰ ਰਹੇ ਹੋ? ਹਾਂਜੀ ਸਰ, ਦਾ ਫਿਊਚਰ ਪਲਾਨ ਤਾਂ ਹੈਗਾ ਕੈਨੇਡਾ ਜਾਣ ਦਾ, ਐਕਸਪ੍ਰੈਸ ਐਂਟਰੀ ਦੇ ਵਿੱਚ। ਅੱਛਾ, ਚਲੋ ਜੀ, ਦੈਟਸ ਗ੍ਰੇਟ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਹਾਡਾ ਟਾਰਗੇਟ ਅਚੀਵ ਹੋਇਆ ਹੈ ਤੇ ਹੁਣ ਤੁਸੀਂ ਕੈਨੇਡਾ ਜਾ ਰਹੇ ਹੋ, ਤੇ ਕੈਨੇਡਾ ਜਾ ਕੇ ਮੈਨੂੰ ਆਪਣੀ ਸੈਲਫੀ ਵੀ ਭੇਜਿਓ ਜੀ। ਬਿਲਕੁਲ ਸਰ, ਕੋਈ ਦਿੱਕਤ ਨਹੀਂ ਸਰ, ਸਭ ਤੁਹਾਡੀ ਕਿਰਪਾ ਦੇ ਨਾਲ ਹੋਇਆ। ਤੁਹਾਡੇ ਵੀਡੀਓਜ਼ ਦੇਖੇ ਨੇ ਮੈਂ। ਸਹੀ। ਮੇਰਾ ਦਿਨ ਬਾਅਦ ਦੇ ਵਿੱਚ ਚੜ੍ਹਦਾ ਸੀ, ਪਹਿਲਾਂ ਤੁਹਾਡੇ ਵੀਡੀਓ ਦੇਖਦਾ ਹੁੰਦਾ। ਅੱਛਾ, ਵੈਰੀ ਗੁੱਡ। ਅੱਛਾ, ਕੋਈ ਮੈਸੇਜ ਤੁਸੀਂ ਦੇਣਾ ਚਾਹੋ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਨੂੰ, ਇੰਡੀਆ 'ਚ ਤੇ ਪਾਕਿਸਤਾਨ 'ਚ ਜਿਹੜੇ ਪੰਜਾਬੀ ਲੋਕ ਨੇ ਆਇਲਟਸ ਦੇ ਨਾਲ ਸਟਰਗਲ ਕਰ ਰਹੇ ਨੇ, ਵਿਚਾਰੇ ਲੱਗੇ ਨੇ, ਤੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ ਪਲੀਜ਼ ਦੱਸੋ। ਹਾਂਜੀ ਸਰ, ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਮਤਲਬ ਬਹੁਤ ਜ਼ਿਆਦਾ ਕਰੇਜ਼ ਆ ਬਾਹਰ ਫੋਰਨ ਦੇ ਵਿੱਚ ਜਾਣ ਦਾ, ਪੜ੍ਹਨ ਦਾ, ਅੱਗੇ ਜਾ ਕੇ ਸਿਟੀਜ਼ਨ ਬਣਨ ਦਾ। ਬਿਲਕੁਲ ਸਰ, ਵਧੀਆ ਤੁਹਾਨੂੰ ਉੱਥੇ ਲਾਈਫ ਸਟਾਈਲ ਮਿਲਦਾ ਵਾ, ਸਾਰਾ ਕੁਝ ਵਧੀਆ ਨਾ, ਤੇ ਵਧੀਆ ਫੈਸਿਲਿਟੀਜ਼ ਨੇ। ਬਿਲਕੁਲ ਜ਼ਰੂਰ ਜਾਓ, ਵਧੀਆ ਪ੍ਰੈਪਰੇਸ਼ਨ ਕਰੋ, ਬਟ ਬਿਲਕੁਲ ਸਟਰਕਚਰਡ ਵੇ ਦੇ ਨਾਲ। ਇੱਧਰ ਉੱਧਰ ਘੁੰਮਣ ਦੀ ਕੋਈ ਉਹ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਜਿੱਦਾਂ ਤੁਹਾਡੇ ਵੀਡੀਓਜ਼ ਆਉਂਦੇ ਨੇ ਕਾਫੀ ਇਨਫੋਰਮੇਟਿਵ ਹੁੰਦੇ ਆ, ਵੀਡੀਓਜ਼ ਨੂੰ ਪ੍ਰੋਪਰਲੀ ਫੋਲੋ ਕਰੋ। ਤੇ ਆਈਸ ਕੋਈ ਐਗਜ਼ਾਮ, ਮੈਂ ਇਹਨੂੰ ਐਗਜ਼ਾਮ ਨਹੀਂ ਮੰਨਦਾ, ਇਹ ਨਾ ਇੱਕ ਟਿਪਸ ਐਂਡ ਟ੍ਰਿਕਸ ਸਟ੍ਰੈਟਜੀਜ਼ ਨੇ ਜਿਹੜੀਆਂ ਮੈਟਰ ਕਰਦੀਆਂ ਨੇ। ਬਿਲਕੁਲ ਸਹੀ। ਹਾਂਜੀ, ਜੇ ਤੁਸੀਂ ਪ੍ਰੋਪਰ ਟਿਪਸ ਐਂਡ ਟ੍ਰਿਕਸ ਯੂਜ਼ ਕਰਦੇ ਹੋ, ਐਗਜ਼ਾਮੀਨਰ ਨੂੰ ਰਾਈਟਿੰਗ ਤੇ ਸਪੀਕਿੰਗ ਦੇ ਵਿੱਚ ਕੀ ਚਾਹੀਦਾ ਉਹਨੂੰ ਉਹੀ ਪ੍ਰੋਵਾਈਡ ਕਰੋ। ਹੁਣ ਇੱਧਰ ਉੱਧਰ ਜਾਣ ਦੀ ਕੋਈ ਲੋੜ ਨਹੀਂ, ਜੋ ਐਗਜ਼ਾਮੀਨਰ ਨੂੰ ਚਾਹੀਦਾ ਬਿਲਕੁਲ ਉਹੀ ਉਹਨੂੰ ਪ੍ਰੋਵਾਈਡ ਕਰੋ, ਖਾਸ ਕਰਕੇ ਰਾਈਟਿੰਗ ਤੇ ਸਪੀਕਿੰਗ ਦੇ ਵਿੱਚ। ਲਿਸਨਿੰਗ ਦੇ ਵਿੱਚ ਆਪਣੀਆਂ ਕਮੀਆਂ ਦੂਰ ਕਰੋ, ਪ੍ਰੋਪਰ ਚੈੱਕ ਕਰ ਰਹੇ ਹਾਂ। ਰਾਈਟ। ਲੋ ਜੀ ਤਨਵੀਰ ਸਿੰਘ ਜੀ, ਤੁਹਾਡਾ ਬਹੁਤ ਜੀ ਪਲੀਜ਼ ਆਪਣੀ ਗੱਲ ਤੁਸੀਂ ਮੁਕੰਮਲ ਕਰੋ, ਪਲੀਜ਼ ਆਪਣੀ ਗੱਲ ਮੁਕੰਮਲ ਕਰੋ। ਹਾਂਜੀ, ਤੇ ਲਿਸਨਿੰਗ ਦੇ ਵਿੱਚ ਸੈਕਸ਼ਨ ਵਾਈਜ਼ ਆਪਣਾ ਚੈੱਕ ਕਰੋ ਕਿਹੜੇ ਸੈਕਸ਼ਨ ਦੇ ਵਿੱਚ ਤੁਸੀਂ ਸਟਰਗਲ ਕਰ ਰਹੇ ਹੋ। ਬਲੈਂਕਸ ਦੇ ਵਿੱਚ ਸਮਰੀ ਕੰਪਲੀਸ਼ਨ, ਮੈਚ ਦ ਫੋਲੋਇੰਗ ਸਟੇਟਮੈਂਟਸ, ਇਦਾਂ ਨੂੰ ਆਪਣੀ ਆਇਡੈਂਟੀਫਾਈ ਕਰੋ ਤੁਹਾਡੀ ਕੀ ਪ੍ਰੋਬਲਮਸ ਆ ਰਹੀਆਂ, ਉਹਨੂੰ ਰੈਕਟੀਫਾਈ ਕਰੋ,
ਤੇ ਬਿਲਕੁਲ ਵਧੀਆ ਬੈਂਡ ਸਕੋਰ ਆਊਗਾ ਜੀ। ਜ਼ਬਰਦਸਤ, ਥੈਂਕ ਯੂ ਵੈਰੀ ਮੱਚ। ਇੱਕ ਦਫਾ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਤੁਹਾਡਾ ਬੈਂਡ ਸਕੋਰ ਬਹੁਤ ਚੰਗਾ ਆਇਆ ਤੇ ਤੁਹਾਡੀ ਵਜ੍ਹਾ ਤੋਂ ਬਹੁਤ ਸਾਰੇ ਸਟੂਡੈਂਟਸ ਹੋਰ ਵੀ ਮੋਟੀਵੇਟ ਹੋਣਗੇ, ਉਹ ਵੀ ਅੱਗੇ ਵਧਣਗੇ। ਮਤਲਬ ਤੁਸੀਂ ਉਹਨਾਂ ਨੂੰ ਇੱਕ ਹੌਸਲਾ ਦਿੱਤਾ ਹੈ ਕਿ ਬਈ ਇਹ ਕੰਮ ਹੋ ਸਕਦਾ ਹੈ, ਵੇਖੋ ਮੈਂ ਅਚੀਵ ਕਰ ਲਿਆ ਤੇ ਜੇ ਮੈਂ ਕਰ ਸਕਣਾ ਤੇ ਤੁਸੀਂ ਵੀ ਕਰ ਸਕਦੇ ਹੋ। ਦੈਟ ਇਜ਼ ਵੈਰੀ ਵੈਰੀ ਗੁੱਡ। ਤਨਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮੱਚ। ਹਾਂਜੀ, ਥੈਂਕਸ ਅ ਲੋਟ ਸਰ। ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਸੋ ਤੁਸੀਂ ਵੇਖਿਆ ਤਨਵੀਰ ਸਿੰਘ ਲੁਧਿਆਣਾ ਤੋਂ ਇਹਨਾਂ ਦਾ ਤਾਲੁਕ ਹੈ ਤੇ ਜਨਾਬ ਇਹਨਾਂ ਨੇ ਚੰਗਾ ਭਲਾ ਬੈਂਡ ਕੱਢ ਮਾਰਿਆ ਤੇ ਹੁਣ ਤੁਹਾਡੀ ਵਾਰੀ ਹੈ। ਇੱਕ ਦਿਨ ਤੁਸੀਂ ਹੋਵੋਗੇ ਕਾਲ ਦੇ ਦੂਜੇ ਪਾਸੇ ਤੇ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਹੋਵਾਂਗਾ ਤੇ ਪੁੱਛ ਰਿਹਾ ਹੋਵਾਂਗਾ ਕਿ ਦੱਸੋ ਜੀ 8777 ਕਿੱਦਾਂ ਆਇਆ ਤੁਹਾਡਾ, ਠੀਕ ਹੈ। ਤੇ ਇਹ ਹੋਏਗਾ ਤੇ ਜਦੋਂ ਤੁਹਾਡਾ 8777 ਅਚੀਵ ਹੋ ਜਾਏ ਮੈਨੂੰ ਮੈਸੇਜ ਕਰੋ, ਮੈਨੂੰ ਆਪਣਾ TRF ਭੇਜੋ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਇੰਟਰਵਿਊ ਕਰਾਂਗਾ। ਤੇ ਅੱਜ ਤਨਵੀਰ ਸਿੰਘ ਤੁਹਾਡੇ ਵਾਸਤੇ ਮੋਟੀਵੇਸ਼ਨ ਨੇ, ਤੁਹਾਡੇ ਵਾਸਤੇ ਇੱਕ ਲਾਈਵ ਐਗਜ਼ਾਮਪਲ ਨੇ ਤੇ ਕੱਲ ਨੂੰ ਤੁਸੀਂ ਦੂਸਰਿਆਂ ਵਾਸਤੇ ਮੋਟੀਵੇਸ਼ਨ ਬਣੋ। ਹੁਣ ਇਹ ਤੁਸੀਂ ਮੈਨੂੰ ਕਰਕੇ ਵਿਖਾਣਾ ਹੈ ਤੇ ਫਿਰ ਤੁਸੀਂ ਦੱਸੋਗੇ ਕਿ ਸਰ ਮੈਂ ਤੁਹਾਡੀ ਵੀਡੀਓ ਵੇਖੀ ਸੀ ਜਿੰਨੇ ਜੇ ਤੁਸੀਂ ਇੱਕ ਵਾਰੀ ਇੰਟਰਵਿਊ ਕਰ ਰਹੇ ਸੋ ਇੱਕ ਸਟੂਡੈਂਟ ਦਾ ਤੇ ਮੇਰੇ ਦਿਲ 'ਚ ਆਇਆ ਕਿ ਮੈਂ ਆਪਣਾ ਇੰਟਰਵਿਊ ਰਿਕਾਰਡ ਕਰਾਵਾਂਗਾ, ਮੈਂ ਚੰਗਾ ਚੰਗਾ ਬੈਂਡ ਲਵਾਂਗਾ। ਤੇ ਬਸ ਅੱਜ ਹੀ ਤੁਸੀਂ ਠਾਣ ਲਓ ਕਿ ਤੁਸੀਂ ਚੰਗਾ ਬੈਂਡ ਲੈ ਕੇ ਹੀ ਰਹਿਣਾ ਹੈ ਤੇ ਕੈਨੇਡਾ ਜਾ ਕੇ ਹੀ ਰਹਿਣਾ ਹੈ ਤੇ ਆਪਣੇ ਜਿਹੜੇ ਖਾਬ ਨੇ ਉਹਨਾਂ ਨੂੰ ਪੂਰਾ ਕਰਕੇ ਹੀ ਰਹਿਣਾ ਹੈ ਤੇ ਇਸ ਤਰ੍ਹਾਂ ਤੁਸੀਂ ਜ਼ਿੰਦਗੀ ਗੁਜ਼ਾਰਨੀ ਹੈ ਚੰਗੇ ਲਾਈਫ ਸਟਾਈਲ ਦੇ ਨਾਲ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੇ ਇਹਨੂੰ ਲਾਈਕ ਕਰੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਇਲਾਵਾ ਮੇਰਾ ਇੱਕ ਹੋਰ ਚੈਨਲ ਹੈ ਅਸਦ ਯਾਕੂਬ ਵਲੌਗਸ, ਉਹਨੂੰ ਵੀ ਸਬਸਕ੍ਰਾਈਬ ਕਰੋ। ਇਸ ਤੋਂ ਇਲਾਵਾ ਮੈਂ ਆਇਲਟਸ ਦੀ ਆਨਲਾਈਨ ਕੋਚਿੰਗ ਵੀ ਦਿੰਦਾ ਹੈ, ਜੇ ਤੁਹਾਡੇ ਚੋਂ ਕੋਈ ਆਨਲਾਈਨ ਆਇਲਟਸ ਪੜ੍ਹਨਾ ਚਾਹਵੇ ਤੇ ਮੇਰੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਮੇਰਾ ਫੇਸਬੁੱਕ ਤੇ ਪੇਜ ਹੈ ਅਸਦ ਯਾਕੂਬ ਆਇਲਟਸ, ਉਸ ਪੇਜ ਨੂੰ ਤੁਸੀਂ ਲਾਈਕ ਵੀ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਫੇਰ ਤਨਵੀਰ ਸਿੰਘ ਨੂੰ ਮੇਰੀ ਤਰਫੋਂ ਬਹੁਤ ਬਹੁਤ ਮੁਬਾਰਕਬਾਦ। ਟੇਕ ਗੁੱਡ ਕੇਅਰ ਆਫ yourselves, see you soon, Allah Hafiz।